हे गाइस, वेलकम बैक टू आवर चैनल बीकॉम वाले। आज के वीडियो में हम बीकॉम सेकंड सेमेस्टर के पंजाबी का 5th चैप्टर अपनी सोच से गहरे साए करने वाले हैं। तो शुरू करते हैं। इसमें हम कांडी देखने वाले हैं। जो क्वेश्चन आंसर्स की वीडियो होगी हर चैप्टर की, वो लास्ट में डाली जाएगी। तो पहले सारे चैप्टर्स के सार हैं, फिर क्वेश्चंस वाली वीडियो। तो शुरू करते हैं, सार से ही शुरू करते हैं हम। तो ਆਪਣੀ ਸੋਚ ਦੇ ਗਹਿਰੇ ਸਾਏ ਕਾਂਡ ਸੁਰਿੰਦਰ ਸਿੰਘ ਵਣਜਾਰਾ ਬੇਦੀ ਦੀ ਸਹਿ ਜੀਵਨੀ ਗਲੀਏ ਚਿੱਕੜ ਦੂਰੀ ਕਰਦਾ ਇੱਕ ਕਾਂਡ ਹੈ। ਇਸ ਵਿੱਚ ਲੇਖਕ ਨੇ ਆਪਣੇ ਜੀਵਨ ਕਾਰਜ ਨੂੰ ਪਛਾਣਨ ਦੇ ਆਪਣੇ ਯਤਨਾਂ ਬਾਰੇ ਲਿਖਿਆ ਹੈ। ਮਨੁੱਖ ਦਾ ਜੀਵਨ ਵਿਕਾਸ। ਲੇਖਕ ਦਾ ਵਿਚਾਰ ਹੈ ਕਿ ਮਨੁੱਖ ਆਪਣੀਆਂ ਸੋਚਾਂ, ਲਾਲਸਾਵਾਂ ਅਤੇ ਆਦਰਸ਼ਾਂ ਦੇ ਅਨੁਮਾਨ ਹੀ ਜਿਉਂਦਾ, ਵੱਧਦਾ ਫੁੱਲਦਾ ਤੇ ਵਿਕਸਿਤ ਹੁੰਦਾ ਹੈ। ਉਹ ਆਪਣੀ ਵਿਅਕਤੀਗਤ ਸੋਚ ਅਤੇ ਸੋਚ ਦੀ ਤਾਰਾਂ ਤੋਂ ਕਦੇ ਮੁਕਤੀ ਪ੍ਰਾਪਤ ਨਹੀਂ ਕਰ ਸਕਦਾ। तो ਨੈਕਸਟ ਹੈ ਸਕੂਲ ਮਾਸਟਰ ਬਣਨ ਦੀ ਇੱਛਾ। ਲੇਖਕ ਦੱਸਦਾ ਹੈ ਕਿ ਜਦੋਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਉਹ ਉਸ ਉੱਪਰ ਹਿਸਾਬ ਦੇ ਮਾਸਟਰ ਅਰਜਨ ਸਿੰਘ ਨੇ ਮਾਣ, ਮਰਤਬੇ ਅਤੇ ਸੰਜੀਦਗੀ ਦਾ ਬਹੁਤ ਪ੍ਰਭਾਵ ਸੀ ਅਤੇ ਉਹ ਸੋਚਦਾ ਹੁੰਦਾ ਸੀ ਕਿ ਉਹ ਵੀ ਜ਼ਿੰਦਗੀ ਵਿੱਚ ਹਿਸਾਬ ਦਾ ਮਾਸਟਰ ਹੀ ਬਣੇਗਾ। ਮਾਸਟਰ ਅਰਜਨ ਸਿੰਘ ਦੀਆਂ ਲਿਖੀਆਂ ਹਿਸਾਬ ਤੇ ਜਿਓਮੈਟਰੀ ਦੀਆਂ ਕਿਤਾਬਾਂ ਉਹ ਕੋਰਸ ਵਿੱਚ ਪੜ੍ਹਦੇ ਸਨ ਅਤੇ ਉਹ ਸਮਝਦਾ ਹੁੰਦਾ ਸੀ ਕਿ ਕਿਤਾਬਾਂ ਲਿਖਣ ਵਾਲਾ ਆਦਮੀ ਬਹੁਤ ਉੱਚਾ ਹੁੰਦਾ ਹੈ। ਕਾਲਜ ਲੈਕਚਰਰ ਬਣਨ ਦੀ ਇੱਛਾ। ਫਿਰ ਜਦੋਂ ਲੇਖਕ 10ਵੀਂ ਪਾਸ ਕਰਕੇ ਕਾਲਜ ਵਿੱਚ ਦਾਖਲ ਹੋਇਆ ਤਾਂ ਉਸਨੂੰ ਪੰਜਾਬੀ ਤੇ ਅੰਗਰੇਜ਼ੀ ਪੜ੍ਹਾਉਣ ਵਾਲੇ ਡਾਕਟਰ ਗੋਪਾਲ ਸਿੰਘ ਦਰਦੀ ਦੀ ਵਿਲੱਖਣ ਤੇ ਰਚਨਾਤਮਕ ਪ੍ਰਤਿਭਾ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਉਸਨੇ ਰੱਜ ਕੇ ਪੜ੍ਹਨਾ, ਰੱਜ ਕੇ ਲਿਖਣਾ ਤੇ ਕਾਲਜ ਵਿੱਚ ਪੜ੍ਹਾਉਂਦਿਆਂ ਹੀ ਆਪਣਾ ਨਿਸ਼ਾਨਾ ਮਿਥ ਲਿਆ। ਪਰ ਪਿਤਾ ਦੇ ਅਚਾਨਕ ਚਲਾਣ ਕਾਰਨ ਲੇਖਕ ਨੂੰ ਪੜ੍ਹਾਈ ਵਿੱਚੋਂ ਛੱਡ ਕੇ ਬੈਂਕ ਦੀ ਨੌਕਰੀ ਕਰਨੀ ਪਈ। ਬੇਸ਼ੱਕ ਲੇਖਕ ਨੇ ਬੈਂਕ ਦੀ ਨੌਕਰੀ ਬੜੀ ਲਗਨ ਤੇ ਸੁਹਿਰਦਤਾ ਨਾਲ ਕੀਤੀ, ਪਰ ਉਸ ਦੇ ਮਨ ਵਿੱਚ ਕਾਲਜ ਲੈਕਚਰਰ ਬਣਨ ਦਾ ਸੁਪਨਾ ਮਚਲਦਾ ਰਿਹਾ। 1951 ਵਿੱਚ ਪੰਜਾਬ ਦੇ ਕਿਸੇ ਕਾਲਜ ਵਿੱਚ ਪੰਜਾਬੀ ਦੇ ਲੈਕਚਰਰ ਦੀ ਅਸਾਮੀ ਨਿਕਲੀ। ਲੇਖਕ ਭਾਵੇਂ BA ਪਾਸ ਹੀ ਸੀ, ਪਰ ਉਸਨੇ ਅਖਬਾਰ ਵਿੱਚ ਇਸ਼ਤਿਹਾਰ ਪੜ੍ਹ ਕੇ ਅਰਜ਼ੀ ਭੇਜ ਦਿੱਤੀ। ਭਾਵੇਂ ਉਸਨੂੰ ਆਪਣੀ ਇਸ ਹਰਕਤ ਉੱਤੇ ਹਾਸਾ ਹੀ ਆਇਆ। MA ਪਾਸ ਕਰਨੀ। ਦੇਸ਼ ਦੀ ਵੰਡ ਮਗਰੋਂ ਲੇਖਕ ਦੇ ਮਨ ਵਿੱਚ ਕਾਲਜ ਵਿੱਚ ਪੜ੍ਹਾਉਣ ਦੀ ਇੱਛਾ ਬੜੀ ਤੀਬਰ ਹੋ ਗਈ। ਇਸ ਕਰਕੇ ਹੀ ਉਹ ਕਿਸੇ ਨੌਕਰੀ ਉੱਤੇ ਇੱਕ ਨਹੀਂ ਸੀ ਟਿਕਦਾ। 1950 ਵਿੱਚ ਜਦੋਂ ਪੰਜਾਬ ਯੂਨੀਵਰਸਿਟੀ ਨੇ MA ਦਾ ਕੋਰਸ ਆਰੰਭ ਕੀਤਾ ਤੇ ਪ੍ਰਾਈਵੇਟ ਇਮਤਿਹਾਨ ਦੇਣ ਦੀ ਆਗਿਆ ਦੇ ਦਿੱਤੀ ਤਾਂ ਲੇਖਕ ਨੂੰ ਆਪਣੇ ਸੁਪਨੇ ਸਾਕਾਰ ਹੁੰਦੇ ਦਿਸੇ। ਉਹਨੇ ਦਿਨੀ ਉਹ ਫਤਿਹ ਤੇ ਪ੍ਰੀਤਮ ਦਾ ਸੰਪਾਦਕ ਸੀ। ਜਨਵਰੀ ਵਿੱਚ ਉਸਦੇ ਦਾਖਲਾ ਭੇਜਿਆ ਤੇ 3 ਮਹੀਨਿਆਂ ਮਗਰੋਂ ਇਮਤਿਹਾਨ ਸੀ। ਲੇਖਕ ਬਿਨਾਂ ਕਿਸੇ ਉਸਤਾਦ ਦੀ ਅਗਵਾਈ ਤੋਂ ਇਮਤਿਹਾਨ ਦੇ ਦਿੱਤਾ, ਪਰ ਉਸਦੀ 7 ਨੰਬਰਾਂ ਪਿੱਛੇ ਸੈਕਿੰਡ ਡਿਵੀਜ਼ਨ ਰਹਿ ਗਈ। ਜਦੋਂ ਉਸਨੂੰ ਇਹ ਪਤਾ ਲੱਗਾ ਕਿ 3rd ਕਲਾਸ ਪਾਸ ਕਾਲਜ ਵਿੱਚ ਲੈਕਚਰਰ ਨਹੀਂ ਲੱਗ ਸਕਦਾ ਤਾਂ ਉਸਦਾ ਮਨ ਬਹੁਤ ਉਦਾਸ ਹੋਇਆ। ਉਦੋਂ ਡਿਵੀਜ਼ਨ ਸੁਧਾਰਨ ਵਾਸਤੇ ਦੁਬਾਰਾ ਇਮਤਿਹਾਨ ਦੇਣ ਦਾ ਨੇਮ ਲਾਗੂ ਨਹੀਂ ਸੀ ਹੋਇਆ। PhD ਦੀ ਤਿਆਰੀ ਕਰਨਾ। ਇਸ ਦੇ ਬਾਵਜੂਦ ਵੀ ਲੇਖਕ ਨੇ ਹੌਸਲਾ ਨਾ ਹਾਰਿਆ। ਉਸਨੇ ਪੰਜਾਬ ਦਾ ਲੋਕ ਸਾਹਿਤ ਵਿਸ਼ੇ ਉੱਤੇ PhD ਦੀ ਆਗਿਆ ਲੈ ਲਈ। ਖੋਜ ਨਿਬੰਧ ਉਸਨੇ ਅੰਗਰੇਜ਼ੀ ਵਿੱਚ ਲਿਖਣਾ ਸੀ। ਲੇਖਕ ਫਤਿਹ ਅਤੇ ਪ੍ਰੀਤਮ ਦੀ ਸੰਪਾਦਕੀ ਤੋਂ ਵਿਹਲਾ ਹੋ ਕੇ ਉਹ ਇੱਕ ਕੰਮ ਵਿੱਚ ਲੱਗ ਗਿਆ। ਪਰ ਇਹ ਕੰਮ ਕੋਈ ਸੌਖਾ ਨਹੀਂ ਸੀ। ਇੱਕ ਤਾਂ ਪੰਜਾਬੀ ਦੇ ਲੋਕ ਸਾਹਿਤ ਬਾਰੇ
ਕੱਚੀ ਸਮੱਗਰੀ ਖੁਦ ਇਕੱਠੀ ਕਰਨੀ ਸੀ ਤੇ ਦੂਜਾ ਵਿਸ਼ੇ ਨਾਲ ਸੰਬੰਧਿਤ ਅੰਗਰੇਜ਼ੀ ਪੁਸਤਕਾਵਾਂ ਵੀ ਬਹੁਤ ਘੱਟ ਮਿਲਦੀਆਂ ਸਨ। ਰੋਟੀ ਦਾ ਮਾਮਲਾ, ਲੇਖਕ ਨੇ ਦੇ ਸਾਹਮਣੇ ਰੋਟੀ ਦੀ ਸਮੱਸਿਆ ਵੀ ਸੀ। ਇੱਕ ਉਸ ਦੀ ਪਤਨੀ ਦੇ 4 ਬੱਚੇ ਸਨ। ਉਸ ਦੇ ਇੱਕ ਦੋਸਤ ਗਿਆਨੀ ਹਰਦਿਤ ਸਿੰਘ ਸੁਤੰਦਰ, ਜੋ ਗਿਆਨੀ ਦੀਆਂ ਕਲਾਸਾਂ ਪੜ੍ਹਾਇਆ ਕਰਦੇ ਸਨ, ਨੇ ਉਸ ਨੂੰ ਵੀ ਪ੍ਰਾਈਵੇਟ ਕਾਲਜ ਵਿੱਚ ਕਲਾਸਾਂ ਲਵਾ ਦਿੱਤੀਆਂ। ਇਸ ਨਾਲ ਲੇਖਕ ਦੇ ਘਰ ਦੀ ਦਾਲ ਰੋਟੀ ਚੱਲ ਪਈ ਤੇ ਉਹ ਖੋਜ ਨਿਬੰਧ ਦਾ ਕੰਮ ਕਰਨ ਲੱਗ ਗਿਆ। ਲੋਕਧਾਰਾ ਦਾ ਅਧਿਐਨ, ਇਹਨਾਂ ਦਿਨਾਂ ਵਿੱਚ ਲੇਖਕ ਦੇ ਲੋਕਧਾਰਾ ਦੇ ਸੰਕਲਪ ਤੇ ਇਸ ਦੇ ਖੇਤਰ ਨਾਲ ਸੰਬੰਧਿਤ ਸ਼ਬਦਾਂ ਨੂੰ ਸਮਝਣ, ਡੂੰਘਾਈ ਤੱਕ ਉਤਰਨ ਤੇ ਵਸਤੂ ਅਧਿਐਨ ਤੋਂ ਬਿਨਾਂ ਕਾਫੀ ਸਾਰੀਆਂ ਸਮੱਗਰੀ ਲੋਕਾਂ ਤੋਂ ਇਕੱਠੀ ਕੀਤੀ। ਉਸ ਦੀ ਰਚਨਾ ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਦਾ ਆਦਿ ਵੀ ਇਹਨਾਂ ਦਿਨਾਂ ਵਿੱਚ ਹੀ ਹੋਇਆ। ਇਹਨਾਂ ਦਿਨਾਂ ਵਿੱਚ ਹੀ ਉਸ ਨੇ ਸਟੈਂਡਰਡ ਫੋਕਲੋਰ ਡਿਕਸ਼ਨਰੀ ਖਰੀਦ ਕੇ ਉਸ ਦਾ ਅਧਿਐਨ ਸ਼ੁਰੂ ਕੀਤਾ। ਲੋਕਧਾਰਾ ਨੂੰ ਇਕੱਤਰਿਤ ਕਰਨਾ, ਲੇਖਕ ਨੂੰ ਲੋਕਧਾਰਾ ਇਕੱਤਰਿਤ ਕਰਨ ਦੀ ਬਹੁਤੀ ਸਾਮੱਗਰੀ ਸ਼ਰਨਾਰਥੀਆਂ ਤੋਂ ਮਿਲੀ, ਜੋ ਧਨੀ, ਪਠਾਨੋਹਾਰ, ਸ਼ਾਹਪੁਰ ਤੇ ਮੁਲਤਾਨ ਤੋਂ ਆ ਕੇ ਦਿੱਲੀ ਵਿੱਚ ਵਸੇ ਸਨ। ਲੋਕਧਾਰਾ ਬਾਰੇ ਲੇਖਕ ਨੂੰ ਇਹਨਾਂ ਤੋਂ ਕੁਝ ਜਾਣਿਆ। ਇਸ ਤਰ੍ਹਾਂ ਉਸ ਦੇ ਅਨੁਭਵ ਦਾ ਆਧਾਰ ਪੁਸਤਕਾਂ ਨਹੀਂ ਮਗੋ ਲੋਕ ਸਾਮੱਗਰੀ ਰਹੀ ਸੀ। ਇੱਕ ਮੁਲਤਾਨੀ ਪਰਿਵਾਰ ਦੀ ਇੱਕ ਕੁੜੀ ਦੁਆਰਾ ਗਾਏ ਜਾ ਰਹੇ ਇੱਕ ਲੋਕ ਗੀਤ ਨੂੰ ਸੁਣ ਕੇ ਉਸ ਨੂੰ ਅਨੁਭਵ ਹੋਇਆ ਕਿ ਲੋਕ ਗੀਤਾਂ ਦਾ ਅਸਲ ਪ੍ਰਭਾਵ ਉਹਨਾਂ ਦੀ ਧੁਨੀ ਵਿੱਚ ਹੈ। ਉਸ ਨੇ ਗੀਤ ਤਾਂ ਬਥੇਰੇ ਇਕੱਠੇ ਕਰ ਲਏ, ਪਰ ਉਹਨਾਂ ਦੀਆਂ ਧੁਨਾਂ ਟੇਪ ਰਿਕਾਰਡਰ ਤੋਂ ਬਿਨਾਂ ਇਕੱਤਰਿਤ ਨਹੀਂ ਸਨ ਹੋ ਸਕਦੀਆਂ ਤੇ ਇਹ ਉਸ ਦੀ ਇੱਕ ਵਿੱਚ ਨਹੀਂ ਸੀ। ਇਸੇ ਤਰ੍ਹਾਂ ਲੇਖਕ ਨੂੰ ਇੱਕ ਮੁਲਤਾਨੀ ਬਜ਼ੁਰਗ ਮਿਲਿਆ, ਜੋ ਲੱਕੜਾਂ ਕੱਟ ਕੇ ਤੇ ਵੇਚ ਕੇ ਗੁਜ਼ਾਰਾ ਕਰਦਾ ਸੀ। ਉਸ ਨੂੰ ਬਹੁਤ ਸਾਰੇ ਲੋਕ ਗੀਤ ਤੇ ਲੋਕ ਕਹਾਣੀਆਂ ਗਿਆਨ ਸਨ, ਪਰ ਉਸ ਨੂੰ ਰੋਟੀ ਟੁੱਕਰ ਤੋਂ ਹੀ ਵੇਲ ਨਹੀਂ ਸੀ ਮਿਲਦੀ ਤੇ ਪੈਸੇ ਲੈ ਕੇ ਉਹ ਲੇਖਕ ਨੂੰ ਲਿਖਵਾਉਣ ਲਈ ਰਾਜ਼ੀ ਨਾ ਹੋਇਆ। ਅੰਤ ਕੇ 2 ਮਹੀਨਿਆਂ ਮਗਰੋਂ ਉਹ ਮਰ ਗਿਆ। ਇੱਕ ਵਾਰੀ ਲੇਖਕ ਨੇ 2 ਉਪਰੀਆਂ ਜਵਾਨ ਕੁੜੀਆਂ ਨੂੰ ਇੱਕ ਅਖਾਣ ਪਾਉਂਦੇ ਸੁਣਿਆ, ਜੋ ਉਸ ਨੇ ਪਹਿਲਾਂ ਕਦੇ ਨਹੀਂ ਸੁਣਿਆ ਸੀ। ਲੇਖਕ ਆਪਣੀ ਪਤਨੀ ਨੂੰ ਆਪਣੀ ਸਾਲੀ ਦੀ ਮੌਤ ਤੇ ਪਰਾਚਵਾਣੀ ਕਰਨ ਆਇਆ ਤੀਵੀਆਂ ਵਿੱਚੋਂ ਉਠਾਲ ਕੇ ਉਹਨਾਂ ਮੁਟਿਆਰਾਂ ਕੋਲ ਲੈ ਗਿਆ। ਉਸ ਨੇ ਉਹਨਾਂ ਤੋਂ ਉਹ ਅਖਾਣ ਪੁੱਛਿਆ, ਜੋ ਇਉਂ ਸੀ: ਨਨਾਣਾ ਚਰਖੇ ਦੀਆਂ ਤਾਣਾਂ, ਦੇਵਰ ਦਿਲ ਦੇ ਜੇਵਰ। ਇੱਕ ਵਾਰੀ ਲੇਖਕ ਦੇ ਸਹੁਰੇ ਪਿੰਡ ਦੀ ਇੱਕ ਪੋਟੋਹਾਰ ਪ੍ਰਕਾਸ਼ ਉਹਨਾਂ ਦੇ ਘਰ ਆਈ ਤੇ ਉਸ ਨੇ ਉਸ ਤੋਂ ਬਹੁਤ ਸਾਰੇ ਲੋਕ ਗੀਤ ਇਕੱਠਾ ਕੀਤੇ। ਇਸੇ ਤਰ੍ਹਾਂ ਇੱਕ ਵਾਰੀ ਉਸ ਨੇ ਆਪਣੀ ਸੱਸ ਨੂੰ ਕਿਸੇ ਜੁਆਨ ਮੌਤ ਉੱਤੇ ਅਲਾਹੁਣੀਆਂ ਪਾਉਂਦਿਆਂ ਦੇਖਿਆ। ਲੇਖਕ ਉਹਨਾਂ ਨੂੰ ਲਿਖਣਾ ਚਾਹੁੰਦਾ ਸੀ। ਉਸ ਦੇ ਜ਼ਿੱਦ ਕਰਨ ਤੇ ਇੱਕ ਦਿਨ ਉਸ ਦੀ ਸੱਸ ਵਿਹੜੇ ਵਿੱਚ ਦਰੀ ਵਿਛਾ ਕੇ ਅਤੇ ਘੁੰਡ ਕੱਢ ਕੇ ਬੈਠ ਗਈ ਤੇ 2-3 ਸਾਲ ਪਹਿਲਾਂ ਆਪਣੇ ਸਵਰਗਵਾਸ ਹੋਏ ਜਵਾਨ ਪੁੱਤਰ ਨੂੰ ਯਾਦ ਕਰਕੇ ਵੈਣ ਪਾਉਣ ਲੱਗੀ ਤੇ ਲੇਖਕ ਨੇ ਉਹ ਲਿਖਣੇ ਆਰੰਭ ਕਰ ਦਿੱਤੇ। ਉਸ ਦਾ ਰੋਣਾ ਸੁਣ ਕੇ 2-3 ਗੁਆਂਢਾਂ ਨੱਠੀਆਂ ਆਈਆਂ। ਲੇਖਕ ਨੇ ਉਹਨਾਂ ਨੂੰ ਗੱਲ ਸਮਝਾਈ, ਪਰ ਉਹਨਾਂ ਦੇ ਕੁਝ ਪੱਲੇ ਨਾ ਪਿਆ। ਫਿਰ ਉਸ ਦੇ ਸਹੁਰਾ ਸਾਹਿਬ ਆ ਗਏ ਤੇ ਲੇਖਕ
ਸ਼ਰਮਸਾਰ ਹੋਇਆ ਉੱਥੋਂ ਇਹ ਅਜਿਹਾ ਨੱਠਿਆ ਕਿ ਕਈ ਦਿਨਾਂ ਤੱਕ ਉਸ ਦੀ ਉੱਧਰ ਮੂੰਹ ਕਰਨ ਦੀ ਹਿੰਮਤ ਨਾ ਪਈ। ਲੇਖਕ ਦੁਆਰਾ ਇਕੱਤਰ ਕੀਤੀ ਉੱਪਰਲੀ ਸਾਰੀ ਸਮੱਗਰੀ ਪੰਜਾਬ ਦਾ ਲੋਕ ਸਾਹਿਤ ਪੁਸਤਕ ਦਾ ਰੂਪ ਧਾਰਨ ਕਰ ਗਈ। ਇਸੇ ਤਰ੍ਹਾਂ ਹੀ ਲੇਖਕ ਨੇ ਆਪਣੇ ਪਿੰਡਾਂ ਤੋਂ ਆਏ ਸਾਰ ਸੰਬੰਧੀ ਤੋਂ ਸੁਣਿਆ ਲੋਕ ਕਹਾਣੀਆਂ ਨੂੰ ਪੰਜਾਬ ਦੀਆਂ ਲੋਕ ਕਹਾਣੀਆਂ ਪੁਸਤਕ ਦੇ ਰੂਪ ਵਿੱਚ ਇਕੱਠਾ ਅਖਾਣਾਂ ਨੂੰ ਲੋਕ ਆਖਦੇ ਹਨ ਦੇ ਰੂਪ ਵਿੱਚ ਛਾਪਿਆ। ਹਾਰਡਿੰਗ ਲਾਇਬ੍ਰੇਰੀ ਜਾਣਾ ਤੇ ਸਾਈਕਲ ਦੀ ਚੋਰੀ। ਉਹਨਾਂ ਦਿਨਾਂ ਲੇਖਕ ਹਰ ਰੋਜ਼ ਸਵੇਰੇ ਨਾਸ਼ਤਾ ਕਰਕੇ ਹਾਰਡਿੰਗ ਲਾਇਬ੍ਰੇਰੀ ਵਿੱਚ ਚਲਾ ਜਾਂਦਾ ਸੀ। ਦੁਪਹਿਰੇ ਖਾਣੇ ਵੇਲੇ ਘਰ ਆਉਂਦਾ ਸੀ। ਸ਼ਾਮ ਨੂੰ ਉਹ ਕੋਈ ਪ੍ਰਾਈਵੇਟ ਟਿਊਸ਼ਨ ਪੜ੍ਹਾਉਂਦਾ ਸੀ। ਇਸ ਤਰ੍ਹਾਂ ਉਹ ਸਾਰਾ ਦਿਨ ਆਪਣੇ ਹਰਕੁਲਿਨ ਸਾਈਕਲ ਉੱਪਰ ਭੱਜਾ ਫਿਰਦਾ ਰਹਿੰਦਾ ਸੀ। ਪਰ ਇੱਕ ਦਿਨ ਕਿਸੇ ਨੇ ਲਾਇਬ੍ਰੇਰੀ ਦੇ ਬਾਹਰੋਂ ਉਸ ਦਾ ਤਾਲਾ ਲੱਗਿਆ ਸਾਈਕਲ ਚੋਰੀ ਕਰ ਲਿਆ। ਪਰੇਸ਼ਾਨ ਹੋਇਆ ਲੇਖਕ ਥਾਣੇ ਰਿਪੋਰਟ ਲਿਖਵਾਉਣ ਗਿਆ। ਥਾਣੇ ਵਾਲਿਆਂ ਨੇ ਉਲਟਾ ਉਸ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ। ਜਦੋਂ ਲੇਖਕ ਨੇ ਆਪਣਾ ਅਖਬਾਰ ਨਵੀਸ ਹੋਣ ਦਾ ਰੋਪ ਪਾਇਆ ਤਾਂ ਪੁਲਿਸਿਆਂ ਨੇ ਉਸ ਨੂੰ ਕਿਹਾ ਕਿ ਉਹ ਰਸੀਦ ਲੈ ਕੇ ਆਵੇ, ਫਿਰ ਰਿਪੋਰਟ ਲਿਖੀ ਜਾਵੇਗੀ। ਲੇਖਕ ਰਸੀਦ ਲੈਣ ਲਈ ਘਰ ਵੱਲ ਜਾਣ ਲੱਗਾ ਤਾਂ ਇੱਕ ਆਦਮੀ ਨੇ ਉਸ ਨੂੰ ਆਪਣੇ ਸਾਈਕਲ ਦੇ ਗੁਆਚਣ ਦੇ ਪੁਲਿਸ ਦੁਆਰਾ ਲੱਭਣ ਦੀ ਕਹਾਣੀ ਸੁਣਾਈ ਤੇ ਕਿਹਾ ਕਿ ਇਹ ਰਿਸ਼ਵਤ ਲੈਣਗੇ ਪਰ ਪੱਲੇ ਫਿਰ ਵੀ ਕੁਛ ਨਹੀਂ ਪਾਉਂਗੇ। ਇਹ ਸੁਣ ਕੇ ਲੇਖਕ ਨਿਰਾਸ਼ ਹੋ ਕੇ ਘਰ ਆ ਗਿਆ। ਜਦੋਂ ਉਸ ਦੀ ਪਤਨੀ ਨੂੰ ਪਤਾ ਲੱਗਾ ਤਾਂ ਉਸ ਨੇ ਸਮਝਾਉਂਦਿਆਂ ਨਿੰਮੋ ਚੋਣੀ ਹੋਈ ਨੇ ਅੰਦਰੋਂ ਆਪਣਾ ਸੋਨੇ ਦਾ ਹਾਰ ਕੱਢ ਕੇ ਲੇਖਕ ਨੂੰ ਦਿੱਤਾ। ਲੇਖਕ ਨੇ ਚਾਂਦਨੀ ਚੌਕ ਵਿੱਚ ਜਾ ਕੇ ਹਾਰ ਵੇਚਿਆ, ਸਾਈਕਲ ਖਰੀਦਿਆ ਤੇ ਬਚਦੇ 20 ਰੁਪਏ ਆਪਣੇ ਪਤਨੀ ਦੇ ਹੱਥ ਜਾ ਫੜਾਏ। ਇਹ ਦੇਖ ਕੇ ਪਤਨੀ ਦੀਆਂ ਅੱਖਾਂ ਭਰ ਆਈਆਂ। ਆਰਕੀਓਲੋਜਿਕਲ ਲਾਇਬ੍ਰੇਰੀ ਵਿੱਚ ਸਾਈਕਲ ਮਿਲਣ ਤੇ ਲੇਖਕ ਨੇ ਆਰਕੀਓਲੋਜਿਕਲ ਲਾਇਬ੍ਰੇਰੀ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਹ ਭਾਰਤੀ ਸੱਭਿਆਚਾਰ, ਧਰਮ, ਇਤਿਹਾਸ ਤੇ ਲੋਕਧਾਰਾ ਦਾ ਅਮੁੱਖ ਖਜ਼ਾਨਾ ਹੈ। ਕੁਝ ਪੁਰਾਣੇ ਪੱਤਰ, ਇੰਡੀਅਨ ਐਂਟੀਕੁਇਟੀ ਪੰਜਾਬ, ਨੋਟਸ ਐਂਡ ਕੁਐਰੀ, ਰਾਇਲ ਏਸ਼ੀਆਟਿਕ ਜਨਰਲ, ਫੋਕਲੋਰ ਜਨਰਲ ਤੇ ਪੰਜਾਬ ਦੇ ਹਰ ਜ਼ਿਲ੍ਹੇ ਦਾ ਗਜ਼ਟੀਅਰ ਇੱਥੋਂ ਬਿਨਾਂ ਹੋਰ ਕਿਸੇ ਥਾਂ ਨਹੀਂ ਮਿਲਦੀ। ਇਹਨਾਂ ਰਸਾਲਿਆਂ ਵਿੱਚ ਪੰਜਾਬ ਦੀ ਲੋਕਧਾਰਾ ਨਾਲ ਸੰਬੰਧਿਤ ਬੇਹੱਦ ਸਮੱਗਰੀ ਪਈ ਹੈ। ਲੇਖਕ ਇਸ ਖਜ਼ਾਨੇ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ ਅਤੇ ਉਹ ਬਿਨਾਂ ਨਾਗਾ ਲਾਇਬ੍ਰੇਰੀ ਖੁੱਲ੍ਹਦਿਆਂ ਸਾਰ ਉੱਥੇ ਪਹੁੰਚ ਜਾਂਦਾ ਤੇ ਬੰਦ ਹੋਣ ਤੋਂ ਬਾਅਦ ਬਾਹਰ ਨਿਕਲਦਾ। ਉਸ ਨੂੰ ਘਰ ਦੀ ਭੁੱਖ ਨੰਗ ਭੁੱਲੀ ਹੋਈ ਸੀ ਤੇ ਆਪ ਵੀ ਸਾਰਾ ਦਿਨ ਪਾਣੀ ਪੀ ਪੀ ਕੇ ਪੜ੍ਹਦਾ ਜਾਂ ਲਿਖਦਾ ਰਹਿੰਦਾ। ਘਰੋਂ ਉਹ ਇਹ ਕਹਿ ਕੇ ਜਾਂਦਾ ਕਿ ਉਹ ਨੌਕਰੀ ਲੱਭਣ ਲਈ ਇੰਪਲਾਇਮੈਂਟ ਐਕਸਚੇਂਜ ਚੱਲਿਆ ਹੈ। ਜਦੋਂ ਉਹ ਸ਼ਾਮੀਂ ਥੱਕਿਆ ਟੁੱਟਿਆ ਘਰ ਪਹੁੰਚਦਾ ਤਾਂ ਉਸ ਦੀ ਪਤਨੀ ਸਮਝਦੀ ਕਿ ਉਹ ਸਾਰਾ ਦਿਨ ਨੌਕਰੀ ਲਈ ਭਟਕਦਾ ਰਿਹਾ ਹੈ। ਉਸ ਦੇ ਘਰ ਵਿੱਚ ਭੁੱਖ ਨੰਗ ਵਰਗੀ ਵਰਤੀ ਹੋਈ ਸੀ। ਉਹ ਕਦੇ ਕੋਈ ਟਿਊਸ਼ਨ ਪੜ੍ਹਾ ਛੱਡਦਾ, ਕਦੇ ਕਰਜ਼ਾ ਲੈਂਦਾ ਜਾਂ ਘਰ ਦੀ ਕੋਈ ਚੀਜ਼ ਵੇਚ ਛੱਡਦਾ। ਜਦੋਂ ਚਾਰੋਂ ਪਾਸੇ ਵਾਹ ਵੇਚ ਨਾ ਜਾਂਦੀ ਤਾਂ ਪਤਨੀ ਨੂੰ ਬੱਚਿਆਂ ਸਮੇਤ ਉਸ ਦੇ ਮਾਪਿਆਂ ਦੇ ਭੇਜ ਦਿੰਦਾ। ਆਰਕੀਓਲੋਜਿਕਲ ਲਾਇਬ੍ਰੇਰੀ ਵਿੱਚ ਉਹ ਕਈ ਮਹੀਨੇ ਜਾਂਦਾ ਰਿਹਾ ਤੇ ਇੱਥੋਂ ਉਸ ਨੇ ਬਹੁਤ ਕੁਝ ਗ੍ਰਹਿਣ ਕੀਤਾ। ਇੱਥੇ ਹੀ ਉਸ ਦਾ ਡਾਕਟਰ ਅੰਬੇਦਕਰ, ਪ੍ਰੀਤਮ ਸਿੰਘ ਤੇ ਦੇਵ ਰਾਜ ਨਾਲ ਮੇਲ ਹੋਇਆ। ਸੈਂਟਰਲ ਸਕੱਤਰੇਤ ਲਾਇਬ੍ਰੇਰੀ ਵਿੱਚ ਸੈਂਟਰਲ ਸਕੱਤਰੇਤ ਲਾਇਬ੍ਰੇਰੀ ਨਾਰਮ ਬਲਾਕ ਵਿੱਚ ਸਥਿਤ ਸੀ। ਇੱਥੇ ਪਾਸ ਬਣਵਾ ਕੇ ਅੰਦਰ ਜਾਣਾ ਪੈਂਦਾ ਸੀ। ਹੁਣ ਲੇਖਕ ਨੇਮ ਨਾਲ ਇੱਥੇ ਜਾਣ ਲੱਗਾ।
ਇੱਥੇ ਵੀ ਦੁਰਲਭ ਕਿਤਾਬਾਂ ਦਾ ਖਜ਼ਾਨਾ ਸੀ। ਰੋਜ਼ ਜਾਣ ਕਰਕੇ ਸਾਰੇ ਉਸ ਨੂੰ ਪਛਾਣਨ ਲੱਗੇ ਤੇ ਹੁਣ ਉਹ ਪਾਸ ਬਣਵਾਏ ਬਗੈਰ ਹੀ ਅੰਦਰ ਚਲਾ ਜਾਂਦਾ ਸੀ। ਇੱਕ ਦਿਨ ਲੇਖਕ ਕਿਤਾਬਾਂ ਦੇ ਸ਼ੈਲਫ ਫੋਲਦਾ ਹੋਇਆ ਲਾਇਬ੍ਰੇਰੀ ਦੇ ਪਿਛਲੇ ਪਾਸੇ ਵੱਲ ਨਿਕਲ ਗਿਆ। ਉੱਥੇ ਇੱਕ ਵੱਡੇ ਮੇਜ਼ ਦੁਆਲੇ ਵੱਡੀਆਂ ਆਰਾਮਦਾਇਕ ਕੁਰਸੀਆਂ ਪਈਆਂ ਸਨ। ਇੱਕ ਪਾਸੇ ਸੋਫਾ ਸੈੱਟ ਸੀ ਤੇ 4-5 ਪੰਖੇ ਚੱਲ ਰਹੇ ਸਨ। ਕਮਰੇ ਦੀਆਂ ਬੱਤੀਆਂ ਜਗਾਉਣ ਨਾਲ ਬਹੁਤ ਚਾਨਣ ਹੋ ਜਾਂਦਾ ਸੀ। ਇਹ ਕਮਰਾ ਠੰਡਾ ਸੀ ਤੇ ਲੇਖਕ ਇੱਥੇ ਹੀ ਕਿਤਾਬਾਂ ਰੱਖ ਕੇ ਬੈਠ ਗਿਆ ਤੇ ਪੜ੍ਹਨ ਲਿਖਣ ਲੱਗਾ। ਇਸ ਨਵੇਕਲੀ ਥਾਂ ਉੱਤੇ ਉਸ ਨੂੰ ਬਹੁਤ ਮਜ਼ਾ ਆਇਆ। ਜਦੋਂ ਉਸ ਨੂੰ ਅਗਲੇ 2-3 ਦਿਨ ਕਿਸੇ ਨੇ ਨਾ ਰੋਕਿਆ ਨਾ ਗੌਲਿਆ ਤਾਂ ਉਸ ਨੂੰ ਕਿਸੇ ਨੇ ਨਾ ਰੋਕਿਆ ਤੇ ਉਹ ਕਮਰੇ ਉੱਤੇ ਕਬਜ਼ਾ ਹੀ ਕਰ ਲਿਆ ਤਾਂ ਹਰ ਰੋਜ਼ ਉੱਥੇ ਜਾ ਕੇ ਵਿਰਾਜਣ ਲੱਗਾ। ਲਾਇਬ੍ਰੇਰੀ ਦੇ ਮੁਲਾਜ਼ਮ ਉਸ ਨੂੰ ਆਪਣੇ ਹੀ ਅਮਲੇ ਦਾ ਹਿੱਸਾ ਸਮਝਣ ਲੱਗੇ ਤੇ ਲਾਇਬ੍ਰੇਰੀਅਨ ਵੀ ਕੋਲੋਂ ਮੁਸਕਰਾ ਕੇ ਲੰਘ ਜਾਂਦਾ। ਇਸ ਤਰ੍ਹਾਂ ਲੇਖਕ ਨੂੰ ਉੱਥੇ ਬੈਠਦਿਆਂ 3 ਕੁ ਮਹੀਨੇ ਹੋਣ ਲੱਗੇ। ਇੱਕ ਦਿਨ ਲਾਇਬ੍ਰੇਰੀਅਨ ਨੂੰ ਇਸ ਕਮਰੇ ਦੀ ਸਖਤ ਜ਼ਰੂਰਤ ਪੈ ਗਈ। ਉਹਨਾਂ ਲੇਖਕ ਨੂੰ ਡਿਪਟੇਸ਼ਨ ਉੱਤੇ ਆਇਆ ਸਮਝ ਕੇ ਉੱਥੇ ਉਠਾਉਂਦਿਆਂ ਠੀਕ ਨਾ ਸਮਝਿਆ। ਉਹਨਾਂ ਲੇਖਕ ਦੇ ਬੈਠਣ ਲਈ ਕਿਧਰੇ ਹੋਰ ਪ੍ਰਬੰਧ ਕਰਨ ਲਈ ਉਸ ਦੇ ਅਹੁਦੇ ਬਾਰੇ ਵੇਰਵੇ ਨਾਲ ਪੁੱਛਿਆ ਤਾਂ ਪ੍ਰਬੰਧਕਾਂ ਨੂੰ ਪਤਾ ਲੱਗਿਆ ਕਿ ਇਹ ਤਾਂ ਵਿਹਲਾ ਪੜ੍ਹਾਕੂ ਹੀ ਹੈ। ਇਹ ਜਾਣ ਕੇ ਲਾਇਬ੍ਰੇਰੀਅਨ ਨੇ ਉਸ ਨੂੰ ਬਹੁਤ ਬੁਰਾ ਭਲਾ ਕਿਹਾ ਤੇ ਲੇਖਕ ਆਪਣੇ ਸਾਰੇ ਕਾਗਜ਼ ਚੁੱਪਚਾਪ ਸਮੇਟ ਕੇ ਉੱਥੋਂ ਬਾਹਰ ਨਿਕਲ ਗਿਆ। ਮੁੜ ਆਰਕੀਓਲੋਜੀਕਲ ਲਾਇਬ੍ਰੇਰੀ ਵਿੱਚ 4-5 ਦਿਨ ਲੇਖਕ ਘਰ ਬੈਠਾ ਰਿਹਾ, ਪਰ ਕਿਤਾਬਾਂ ਪੜ੍ਹਨ ਦੀ ਲਾਲਸਾ ਉਸ ਨੂੰ ਮੁੜ ਆਰਕੀਓਲੋਜੀਕਲ ਲਾਇਬ੍ਰੇਰੀ ਵਿੱਚ ਲੈ ਆਈ। ਹੁਣ ਇੱਥੋਂ ਸਾਈਕਲ ਸਟੈਂਡ ਬਣ ਚੁੱਕਾ ਸੀ। ਲੇਖਕ ਨੇ ਉੱਥੇ ਸਾਈਕਲ ਰੱਖਿਆ ਤੇ ਠੇਕੇਦਾਰ ਦੇ ਨੌਕਰ ਨੇ ਪਰਚੀ ਕੱਟ ਕੇ ਉਸ ਤੋਂ ਇੱਕ ਆਣਾ ਮੰਗਿਆ। ਲੇਖਕ ਨੇ ਕਿਹਾ ਕਿ ਉਸ ਕੋਲ ਆਣਾ ਨਹੀਂ ਹੈ ਤੇ ਉਹ ਕੱਲ੍ਹ ਦੇ ਦੇਵੇਗਾ। ਠੇਕੇਦਾਰ ਦੇ ਨੌਕਰ ਨੇ ਕਿਹਾ ਕਿ ਇੱਥੇ ਉਧਾਰ ਨਹੀਂ ਚੱਲਦਾ। ਉਂਝ ਲੇਖਕ ਅਗਲੇ ਦਿਨ ਵੀ ਆਣਾ ਦੇਣ ਦੇ ਸਮਰੱਥ ਵਿੱਚ ਨਹੀਂ ਸੀ। ਉਸ ਦੇ ਮਨ ਨੂੰ ਬਹੁਤ ਧੱਕਾ ਲੱਗਾ। ਅੱਜ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਕਿ ਪੈਸਾ ਹੀ ਸੰਸਾਰ ਦਾ ਗੁਰੂ ਪੀਰ ਹੈ। ਲੇਖਕ ਆਪਣੀ ਗਰੀਬੀ ਤੇ ਲਾਚਾਰੀ ਤੋਂ ਤੰਗ ਆਇਆ ਸਾਈਕਲ ਲੈ ਕੇ ਘਰ ਆ ਗਿਆ। ਘਰ ਆ ਕੇ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਹੁਣ ਪੈਸੇ ਕਮਾਵੇਗਾ, ਅਮੀਰ ਬਣੇਗਾ। ਉਸਨੇ ਆਪਣੀ ਪਤਨੀ ਨੂੰ ਆਣੇ ਵਾਲੇ ਗੱਲ ਸੁਣਾਈ ਤਾਂ ਉਸ ਨੂੰ ਉਸ ਉੱਤੇ ਬੜਾ ਤਰਸ ਆਇਆ। ਕੁਝ ਦੇਰ ਮਗਰੋਂ ਉਸਨੇ ਖੋਜ ਨਾਲ ਸੰਬੰਧਿਤ ਆਪਣੀ ਸਾਰੀਆਂ ਫਾਈਲਾਂ ਇਕੱਠੀਆਂ ਕਰਕੇ ਇੱਕ ਬਕਸੇ ਵਿੱਚ ਸੁੱਟੀਆਂ। ਉਸ ਦਾ ਦਿਲ ਕੀਤਾ ਕਿ ਉਹ ਉਹਨਾਂ ਦੀ ਰੱਦੀ ਵੇਚ ਆਵੇ, ਪਰ ਉਸ ਦੇ ਮਨ ਨੂੰ ਇੱਕ ਝਟਕਾ ਲੱਗਾ। ਉਸਨੇ ਫਿਰ ਆਪਣੀ ਪਤਨੀ ਨੂੰ ਕਿਹਾ ਕਿ ਉਹ ਹੁਣ ਪੈਸੇ ਕਮਾਵੇਗਾ ਤੇ ਘਰ ਬਣਾਵੇਗਾ, ਪਰ ਉਸਦੀ ਪਤਨੀ ਉਸ ਨੂੰ शेख चिल्ली ही समझ रही सी। तो ये बेसिक सार था इस चैप्टर का। बाकी इसके अंदर कुछ क्वेश्चंस और भी दिए हैं, पर वो जनरली पेपर में नहीं आते, तो उसका कोई मतलब भी नहीं बनता कि हम उनको करें। जो हमारे शॉर्ट क्वेश्चंस होंगे वो हम बाद में करेंगे। तो करंटली इस वीडियो के लिए इतना ही। आप देख भी सकते हो कि कोई भी क्वेश्चन जो है वो बाकी एग्ज़ाम्स में नहीं आया है, ये बस एक्स्ट्रा है। जो ये इधर भी एक क्वेश्चन दिया है ये भी हमारा सार ही है, और ये भी उसके अंदर यही लिखा है कि उसका कुछ पार्ट है, तो ज़्यादा सबसे पहले सार ही है। 6 मार्क्स का सार रहेगा चैप्टर का। अब वो किसी भी 4 चैप्टर का आ सकता है, 6 चैप्टर है तो आपको कोई 3 चैप्टर तो करने ही करने चाहिए, 3 भी 4 भी करने चाहिए। कोई 2 तो आप छोड़ सकते हो क्योंकि आपको एग्ज़ाम में भी छोड़ने ही पड़ेंगे।
तो 4 तो आपको करने ही चाहिए, बाकी आपकी चॉइस है। तो आई होप यू लाइक द वीडियो। आपको सब समझ आया? तो प्लीज़ कीप लाइकिंग एंड सपोर्टिंग आवर चैनल। थैंक यू।